Right. Good morning, sir. Good morning. Thank you, sir. Your name is Abhishek Sharma. Yes, sir. You belong to Khanna. Yes, sir. It has Asia's biggest मंडी है. Yes, sir. Asia's biggest trade market. तो किस तरह रहा आज इस बार प्रोक्योरमेंट? सर इस बार पंजाब गवर्नमेंट ਤੇ ਸੈਂਟਰ ਨੇ ਤਾਂ ਇਹ ਕਿਹਾ ਵੀ ਪ੍ਰੋਕਿਊਰਮੈਂਟ 'ਚ ਕੋਈ ਆਬਸਟੈਕਲਸ ਨਹੀਂ ਆਈਆਂ ਜਿਵੇਂ ਮਤਲਬ ਸਕੈਪਟਿਸਿਜ਼ਮ ਸੀਗਾ ਵੀ ਨਿਊ ਫਾਰਮ ਲਾਜ਼ ਦੇ ਨਾਲ ਇਫੈਕਟਡ ਹੋਊਗਾ ਉਹ ਐਜਾ ਕੋਈ ਫਿਲਹਾਲ ਉਹਨਾਂ ਨੇ ਤਾਂ ਕਿਹਾ ਵੀ ਪ੍ਰੋਕਿਊਰਮੈਂਟ ਠੀਕ ਹੋਈ ਹੈ ਤੇ ਅਪ ਟੂ ਦਾ ਮਾਰਕ ਹੋਈ ਹੈ। ਤੇ ਤੁਸੀਂ ਵਰਕਿੰਗ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ? ਸਰ ਮੈਂ ਰੀਸੈਂਟਲੀ ਐਜ਼ ਇੰਸਪੈਕਟਰ ਕੋਆਪਰੇਟਿਵ ਸੁਸਾਇਟੀ ਸੀਗਾ ਪਰ ਮੈਂ ਰੀਸੈਂਟਲੀ ਰਿਜ਼ਾਈਨ ਕਰਤਾ। ਅੱਛਾ ਤੁਸੀਂ ਕੋਆਪਰੇਟਿਵ ਸੁਸਾਇਟੀ ਰਿਜ਼ਾਈਨ ਕਰਤਾ ਉਸ ਤੋਂ ਪਹਿਲਾਂ ਤੁਸੀਂ ਅਸਿਸਟੈਂਟ ਕਮਾਂਡੈਂਟ ਯੈਸ ਸਰ ਸੀਆਰਪੀਐਫ। ਉਸ ਤੋਂ ਵੀ ਰਿਜ਼ਾਈਨ ਕਰਤਾ? ਸਰ ਉਹ ਤਾਂ ਕਾਫੀ ਪੁਰਾਣਾ ਸੀ, ਉਹ ਤਾਂ 2017 ਚ ਸੀ। ਇਹ ਰੀਸੈਂਟਲੀ ਮੈਂ ਤਾਂ ਰਿਜ਼ਾਈਨ ਕਰਤਾ ਸਰ ਕਿਉਂਕਿ ਮੇਰੀ ਐਸਐਸਸੀ ਜੀਐਲ ਚ ਸਿਲੈਕਸ਼ਨ ਹੋ ਗਈ ਹੈ ਤੇ ਆਈ ਐਮ ਅਵੇਟਿੰਗ ਇਟਸ ਜੁਆਇਨਿੰਗ। ਠੀਕ ਹੈ। ਤੁਸੀਂ ਸਿਵਲ ਇੰਜੀਨੀਅਰਿੰਗ ਕੀਤੀ ਹੈ ਨਾ? ਯੈਸ ਤੁਸੀਂ ਬੁਰਜ ਖਲੀਫਾ ਬਾਰੇ ਸੁਣਿਆ? ਹਾਂਜੀ ਸਰ ਸੁਣਿਆ। ਲੌਂਗੇਸਟ ਕਿੰਨੀ ਹਾਈਟ ਹੈ? ਕਿੰਨੀ ਹਾਈਟ ਹੈ? ਸਰ ਐਗਜ਼ੈਕਟਲੀ ਨਹੀਂ ਪਤਾ। ਤੇ ਇੰਨੀ ਹਾਈਟ ਦੀ ਬਿਲਡਿੰਗਸ ਬਣਾਉਣ 'ਚ ਕੀ ਧਿਆਨ ਰੱਖਣਾ ਪੈਂਦਾ? ਮਤਲਬ ਉਹਦਾ ਕੀ ਫੈਕਟਰ, ਕੋਈ 4 ਫੈਕਟਰ ਦੱਸੋ ਕੀ ਜਿਹੜੇ ਚੈਲੰਜਸ ਹੁੰਦੇ ਆ ਸਭ ਤੋਂ ਬੜੇ? ਸਰ ਸਭ ਤੋਂ ਵੱਡਾ ਚੈਲੰਜ ਤਾਂ ਇਹ ਹੁੰਦਾ ਵੀ ਜੇ ਬਿਲਡਿੰਗ ਜਿੰਨੀ ਉੱਚੀ ਜਾਂਦੀ ਜਾਊਗੀ ਤਾਂ ਜਿਹੜੇ ਐਰੋਡਾਇਨਾਮਿਕ ਫੈਕਟਰਸ ਹੈ ਕਿਉਂਕਿ ਹਾਈਟ ਤੇ 에ਅਰ ਪ੍ਰੈਸ਼ਰ ਵੀ ਜ਼ਿਆਦਾ ਹੈ, ਇੱਕ ਤਾਂ ਉਹ ਮਤਲਬ ਬਿਲਡਿੰਗ ਹਿੱਲੇ ਨਾ, ਇੱਕ ਉਹਦਾ ਧਿਆਨ ਰੱਖਣਾ ਪੈਂਦਾ। ਉਹਦੇ ਲਈ ਫਾਊਂਡੇਸ਼ਨ ਉਨੀ ਉਹ ਡੀਪ ਹੁੰਦੀ ਜਾਂਦੀ ਹੈ ਜਿੰਨੀ ਬਿਲਡਿੰਗ ਉੱਪਰੋਂ ਟਾਲ ਹੁੰਦੀ ਜਾਂਦੀ ਹੈ। ਸੈਕਿੰਡ ਰੀਜ਼ਨ ਸਰ ਅਰਥਕੁਏਕ ਰੈਜ਼ਿਸਟੈਂਟ ਬਿਲਡਿੰਗਸ, ਕਿਉਂਕਿ ਕਈ ਵਾਰ ਸਿਸਮਿਕ ਜ਼ੋਨ 'ਚ ਮਤਲਬ ਜਿਵੇਂ ਹੁਣ ਦੁਬਈ ਵਗੈਰਾ ਤਾਂ ਚਲੋ ਇੰਨਾ ਸਿਸਮਿਕ ਐਕਟੀਵਿਟੀ 'ਚ ਨਹੀਂ ਹੈਗਾ ਪਰ ਫਿਰ ਅਰਥਕੁਏਕ ਰੈਜ਼ਿਸਟੈਂਸ ਇੱਕ ਮੇਜਰ ਫੈਕਟਰ ਹੁੰਦਾ ਹੈ ਕਰਨਾ। ਤੇ ਥਰਡ ਸਰ ਵੀ ਮਤਲਬ ਜਿਵੇਂ ਵੀ ਇੰਨੀ ਹਾਈਟ ਤੋਂ ਜਿਵੇਂ ਉੱਪਰ ਟੌਪ ਫਲੋਰ ਵਗੈਰਾ ਤੇ ਜਿਵੇਂ ਸਿਟੀਜ਼ਨਸ ਵਗੈਰਾ ਜਾਂ ਕੋਈ ਹੋਰ ਵਰਕਰਸ ਕੰਮ ਕਰਦੇ ਆ ਤਾਂ ਉਹਨਾਂ ਦੀ ਸੇਫਟੀ ਲਈ ਜਿਹੜੇ ਐਗਜ਼ਿਟ ਮੈਜਰਸ ਹੁੰਦੇ ਆ ਵੀ ਉਹ ਪ੍ਰੋਪਰ ਰੈਗੂਲਰ ਟਾਈਮ ਟੂ ਟਾਈਮ ਉਹਨਾਂ ਦੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਨਾਲ ਡਰਿਲ ਕੀਤੀਆਂ ਜਾਣ ਵੀ ਵਰਕਿੰਗ ਹੈਗੇ ਨੇ ਕਿਉਂਕਿ ਇਨ ਕੇਸ ਆਫ ਐਮਰਜੈਂਸੀ ਉਹਨਾਂ ਨੂੰ ਇਵੈਕੂਏਟ ਕਰਨਾ ਪੈ ਸਕਦਾ ਹੈ। ਤੇ ਅੱਛਾ ਇਹਦੇ ਵਿੱਚ ਫਾਊਂਡੇਸ਼ਨ ਪ੍ਰੋਬਲਮ ਆਈ ਸੀ ਦੋਸਤੀ ਸਰ? ਯੈਸ ਕੀ ਫਾਊਂਡੇਸ਼ਨ ਖਾਸ ਗੱਲ ਕੀ ਹੈ ਫਾਊਂਡੇਸ਼ਨ ਬਾਰੇ? ਸਰ ਉਹ ਮੈਨੂੰ ਡਿਟੇਲ 'ਚ ਤਾਂ ਪਤਾ ਨਹੀਂ ਪਰ ਬੇਸਿਕਲੀ ਇਹ ਸੀਗਾ ਕਿਉਂਕਿ ਦੁਬਈ ਮੋਸਟਲੀ ਜਿਹੜੇ ਏਰੀਆਜ਼ 'ਤੇ ਡਿਵੈਲਪਮੈਂਟ ਹੋਈ ਆ ਉਹ ਸੀ ਏਰੀਆ ਤੋਂ ਰਿਕਲੇਮਡ ਲੈਂਡਸ ਹੈ ਤੇ ਉਹ ਇਹ ਸੀਗਾ ਵੀ ਜਿਵੇਂ ਜਿਵੇਂ ਫਾਊਂਡੇਸ਼ਨ ਡੀਪ ਹੁੰਦੀ ਜਾਂਦੀ ਆ ਉਹ ਜਿਹੜੇ ਕੋਸਟਲ ਏਰੀਆਜ਼ 'ਚ ਪ੍ਰੋਬਲਮ ਆਉਂਦੀ ਹੈ ਵੀ ਵਾਟਰ ਅਫੈਕਟ ਕਰਦਾ ਹੁੰਦਾ ਉੱਥੇ ਜਿਵੇਂ ਬੀਚਿਸ ਦੇ ਵਿੱਚ ਉਹ ਸੀਪਿੰਗ ਕਰਦਾ ਰਹਿੰਦਾ ਉਵੇਂ ਫਾਊਂਡੇਸ਼ਨਸ 'ਚ ਉਹ ਪ੍ਰੋਬਲਮ ਆਈ ਸੀ ਥੋੜ੍ਹੀ ਜਿਹੀ। ਹੋਰ ਕੁਛ? ਸਰ ਉਹਦੇ ਬਾਰੇ ਜ਼ਿਆਦਾ ਨਹੀਂ ਠੀਕ ਹੈ। ਤੇ ਅੱਛਾ ਤੁਸੀਂ ਐਜ਼ ਇੰਸਪੈਕਟਰ ਕੰਮ ਕੀਤਾ ਕੋਆਪਰੇਟਿਵ ਸੁਸਾਇਟੀ? ਯੈਸ ਤੇ ਕੀ ਮੋਟੋ ਕੀ ਹੈ ਕੋਆਪਰੇਟਿਵ ਸੁਸਾਇਟੀ ਦਾ? ਸਰ ਕੋਆਪਰੇਟਿਵ ਸੁਸਾਇਟੀ ਬੇਸਿਕਲੀ ਮੇਜਰ ਉਹਨਾਂ ਦਾ ਪ੍ਰਿੰਸੀਪਲ ਇਹ ਹੁੰਦਾ ਵੀ ਇੱਕ ਤਾਂ ਸਾਰੇ ਵੋਲੰਟਰੀ ਮਤਲਬ ਉਹਦੇ ਨਾਲ ਮੋਟੋ ਹੈਗਾ ਨਾ ਦਾ ਇੱਕ ਸਪੈਸੀਫਿਕਲੀ ਪੰਜਾਬ ਦਾ ਸਰ? ਨਹੀਂ ਕੋਆਪਰੇਟਿਵ ਸੁਸਾਇਟੀ ਸੈਲਫ ਹੈਲਪ ਥਰੂ ਮਿਊਚੁਅਲ ਹੈਲਪ। ਹਾਂਜੀ ਸਰ ਸੈਲਫ ਹੈਲਪ ਥਰੂ ਮਿਊਚੁਅਲ ਹੈਲਪ। ਸੈਲਫ ਹੈਲਪ Do you know about cooperative principles of cooperative? ਹਾਂਜੀ ਸਰ There are certain fixed international principles of cooperative. ਹਾਂਜੀ ਸਰ ਇੱਕ ਤਾਂ ਵੀ ਵੋਲੰਟਰੀ ਮੈਂਬਰਸ਼ਿਪ ਹੋਣੀ ਚਾਹੀਦੀ ਹੈ, ਇੱਕ ਉਹਨਾਂ ਦੇ ਮਤਲਬ ਮੈਂਬਰਸ ਦੇ ਇਕਨੋਮਿਕ ਇੰਟਰਸਟ ਦੇ ਵਿੱਚ ਸਾਰਾ ਕੰਮ ਹੋਣਾ ਚਾਹੀਦਾ, ਇੱਕ ਡੈਮੋਕ੍ਰੈਟਿਕਲੀ ਉਹਨਾਂ ਦੀ ਸਾਰੀ ਫੰਕਸ਼ਨਿੰਗ ਹੋਣੀ ਚਾਹੀਦੀ ਹੈ ਜਿਵੇਂ ਇਲੈਕਸ਼ਨਸ ਵਗੈਰਾ ਤੇ ਇੱਕ ਇਹ ਹੈ ਵੀ ਮਤਲਬ ਕੋਆਪਰੇਟਿਵ ਸੁਸਾਇਟੀਜ਼ ਐਜ਼ ਮਤਲਬ ਬਿਜ਼ਨਸ ਵੀ ਐਕਟ ਕਰ ਸਕਦੀ ਹੈ। ਟੋਟਲ ਕਿੰਨੇ ਪ੍ਰਿੰਸੀਪਲ ਹੈ? ਟੋਟਲ 7 ਹੈ ਸਰ। 7 ਪ੍ਰਿੰਸੀਪਲ। ਹਾਂਜੀ ਸਭ ਤੋਂ ਯਾਦ ਹੈ ਤੁਹਾਨੂੰ? ਨਹੀਂ ਸਰ ਸਭ ਤੋਂ ਤਾਂ ਨਹੀਂ। ਅੱਛਾ ਪਿੱਛੇ ਗਵਰਨਮੈਂਟ ਆਫ ਇੰਡੀਆ ਐਕਸਪੋਰਟਡ ਦੀ ਵੈਕਸੀਨਸ। ਹਾਂਜੀ ਸਰ। ਤੇ ਕਿਹੜੇ ਪ੍ਰੋਗਰਾਮ ਦੇ ਵਿੱਚ ਐਕਸਪੋਰਟ ਕੀਤੀ ਉਹਨਾਂ ਨੇ ਵੈਕਸੀਨ? ਸਰ ਵੈਕਸੀਨ ਮੈਥਡ। ਕਿੰਨੀ ਕੰਟਰੀਜ਼ ਨੂੰ ਕੀਤੀ? ਸਰ ਭੂਟਾਨ, ਮਾਲਦੀਵਸ। ਟੋਟਲ ਨੰਬਰ ਆਫ ਕੰਟਰੀਜ਼? ਸਰ ਐਗਜ਼ੈਕਟਲੀ ਨਹੀਂ ਪਤਾ।
ਤੇ ਤੁਸੀਂ ਇਹ ਇੰਜੀਨੀਅਰਿੰਗ ਤੋਂ ਸਿਵਲ ਇੰਜੀਨੀਅਰਿੰਗ 'ਚ ਕਿਉਂ ਨਹੀਂ ਜੌਬ ਕੀਤੀ? ਤਾਂ ਬਹੁਤ ਚੰਗੀ ਅੱਜ ਕੱਲ੍ਹ ਓਪਨਿੰਗ ਤਾਂ ਸਿਵਲ ਇੰਜੀਨੀਅਰਿੰਗ ਐਡਮਿਨਿਸਟ੍ਰੇਸ਼ਨ ਕਿਉਂ ਆਉਣਾ ਚਾਹੁੰਦੇ ਹੋ? ਸਰ ਐਕਚੁਅਲੀ ਮਤਲਬ ਸ਼ੁਰੂ 'ਚ ਸੀਗਾ ਵੀ ਸਿਵਲ ਇੰਜੀਨੀਅਰਿੰਗ ਇੱਕ ਥੋੜਾ ਜਿਹਾ ਇੰਟਰਸਟ ਸੀ ਤੇ ਰੈਂਕ ਦੇ ਹਿਸਾਬ ਨਾਲ ਵੀ ਉਹ ਵੀ ਮਿਲੀ ਸੀ ਤੇ ਬਾਅਦ ਚੋਂ ਮਤਲਬ ਇਨ ਦਾ ਡਿਊ ਕੋਰਸ ਆਫ ਟਾਈਮ ਡਿਊਰਿੰਗ ਗ੍ਰੈਜੂਏਸ਼ਨ ਉਹਨਾਂ ਇੰਟਰਸਟ ਬਣਿਆ ਨਹੀਂ ਸਰ ਸਿਵਲ ਇੰਜੀਨੀਅਰਿੰਗ ਤੇ ਸਿਵਲ ਸਰਵਿਸਿਜ਼ 'ਚ ਸ਼ੁਰੂ ਤੋਂ ਹੀ ਸੀਗਾ ਮੈਨੂੰ ਕਿ ਮੈਂ ਜਾਣਾ ਹੈ ਤੇ ਮੈਨੂੰ ਕੋਈ ਗ੍ਰੈਜੂਏਸ਼ਨ ਕਰਨੀ ਸੀ ਕਿਉਂਕਿ ਓਬਵੀਅਸਲੀ ਇਹਦੀ ਐਲੀਜੀਬਿਲਟੀ ਸਮ ਗ੍ਰੈਜੂਏਸ਼ਨ ਹੈ ਤੇ ਮੈਂ ਟੈਕਨੀਕਲ ਫੀਲਡ ਜਿਵੇਂ ਇੰਜੀਨੀਅਰਿੰਗ ਉਹ ਤਾਂ ਆਪਟ ਕਰਨਾ ਚਾਹਿਆ ਵੀ ਐਟ ਦੀ ਐਂਡ ਆਫ ਦ ਡੇ ਕੁਝ ਪਲਾਨ ਵੀ ਰਹੇਗਾ ਕਿਉਂਕਿ ਟੈਕਨੀਕਲ ਜੌਬ ਕਦੇ ਵੀ ਦੁਬਾਰਾ ਸਵਿਚ ਓਵਰ ਕਰ ਸਕਦੇ ਹਾਂ। ਸਿਵਲ ਮਤਲਬ ਸਿਵਲ ਸਰਵਿਸਿਜ਼ ਕਿਉਂ ਆਉਣਾ ਚਾਹੁੰਦੇ ਐਡਮਿਨਿਸਟ੍ਰੇਸ਼ਨ? ਸਰ ਸਿਵਲ ਸਰਵਿਸਿਜ਼ ਕੀ ਚੀਜ਼ ਨੂੰ ਅਟਰੈਕਟ ਕਰਦੀ ਹੈ? ਸਰ ਬੇਸਿਕਲੀ ਮਤਲਬ ਮੇਰਾ ਇੱਦਾਂ ਦਾ ਵੀ ਜਿਵੇਂ ਕੋਈ ਹੋਰ ਨਾਰਮਲ ਜੌਬ ਹੈ ਉਹ ਜਿਵੇਂ ਮੰਡੇ ਟੂ ਫਰਾਈਡੇ ਵਰਕ ਕਰਦੇ ਆ ਤੇ ਥੋੜਾ ਆਪਾਂ ਸੈਟਰਡੇ ਸੰਡੇ ਥੋੜਾ ਆਪਣਾ ਟਾਈਮ ਕੱਢਦੇ ਆ ਕੁਝ ਐਕਸਟਰਾ ਕਰਨ ਲਈ ਮੰਨ ਲਓ ਕੋਈ ਐਨਜੀਓ ਲਈ ਜਾਂ ਕੁਝ ਲਈ। ਇਹ ਜੌਬ ਮੈਨੂੰ ਇਹ ਸੀਗਾ ਵੀ ਮੈਂ ਸੈਟਰਡੇ ਸੰਡੇ ਦੇ ਬਜਾਏ ਮੰਡੇ ਟੂ ਫਰਾਈਡੇ ਬਲਕਿ ਇਹ ਜੌਬ ਦਾ ਉਸ ਤਰ੍ਹਾਂ ਦਾ ਕਰਿਕੂਲਮ ਮੈਂ 5 ਡੇਜ਼ ਅ ਵੀਕ 7 ਡੇਜ਼ ਅ ਵੀਕ ਉਸੇ ਤਰ੍ਹਾਂ ਦਾ ਕੰਮ ਕਰਾਂ ਜੋ ਨਾਰਮਲੀ ਪਬਲਿਕ ਆਪਣੀ ਸੈਲਫ ਸੈਟੀਸਫੈਕਸ਼ਨ ਲਈ ਜਾਂ ਸੋਸਾਇਟੀ ਲਈ ਸੈਟਰਡੇ ਸੰਡੇ ਦਾ ਟਾਈਮ ਕੱਢਦੀ ਹੈ। ਮੈਨੂੰ ਇਹ ਸੀ ਇਹ ਜੌਬ ਮੈਨੂੰ ਇੰਨੀ ਡਾਈਵਰਸਿਟੀ ਦੇ ਰਹੀ ਹੈ ਇੰਨਾ ਕੁਝ ਕਰਨ ਲਈ ਤਾਂ ਮੈਂ ਸਰ ਇਹ ਚਾਹਨਾ ਪ੍ਰੈਫਰ ਕੀਤਾ। Yes. थोड़ा एरिया ऑफ इंटरेस्ट क्या है? ਸਰ ਜਿਹੜੇ ਟੌਪਿਕਸ ਦਿੱਤੇ ਸੀ ਇਹ ਬੇਸਿਕਲੀ ਸਿਲੇਬਸ ਤੇ ਸੀਗੇ ਤੇ ਮੈਂ ਸਪੈਸੀਫਿਕਲੀ ਇਹਨਾਂ ਚੋਂ ਟਿਕ ਨਹੀਂ ਕੀਤਾ ਪਰ ਮੈਂ ਇੰਡੀਅਨ ਹਿਸਟਰੀ ਸਪੈਸੀਫਿਕਲੀ ਲਿਖਿਆ ਸੀ ਸਰ ਕਿਉਂਕਿ ਅੱਛਾ ਇਹ ਦੱਸੋ ਕਿ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਖਤਮ ਹੋਇਆ ਨਾ ਤਾਂ ਕੀ ਕਾਰਨ ਸੀ ਉਹਦਾ? ਸਰ what were the reasons, exact reasons? ਸਰ ਜਦੋਂ 1839 ਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਤੇ ਉਦੋਂ ਇੱਕ ਜਿਵੇਂ ਕਹਿੰਦੇ ਆ ਵੀ ਸਕਸੈਸਰਸ ਦਾ ਇੱਕ ਵਰਡ ਜਿਹਾ ਬਣ ਗਿਆ ਸੀ ਉਹਨੇ ਕੰਪੀਟੈਂਟ ਨਹੀਂ ਸੀਗੇ ਤੇ ਉਧਰੋਂ ਜੀ ਰਸ਼ੀਅਨ ਇਨਵੇਜਨ ਦਾ ਬ੍ਰਿਟੇਨ ਨੂੰ ਖਤਰਾ ਸੀਗਾ ਤੇ ਉਹਨਾਂ ਨੇ ਅਫਗਾਨਿਸਤਾਨ ਐਕਚੁਅਲੀ ਇੱਕ ਬਫਰ ਸਟੇਟ ਤਰ੍ਹਾਂ ਸੀਗਾ ਰਸ਼ੀਅਨ ਐਮਪਾਇਰ ਔਰ ਬ੍ਰਿਟਿਸ਼ ਐਮਪਾਇਰ ਦੇ ਵਿੱਚ ਤੇ ਉਹਨਾਂ ਨੇ ਅਫਗਾਨਿਸਤਾਨ ਇਨਵੇਜਨ ਦਾ ਡਿਸੀਜਨ ਲਿਆ ਯੂਕੇ ਨੇ ਤੇ ਜਦੋਂ ਮਤਲਬ ਉਹਨਾਂ ਨੂੰ ਇੱਥੋਂ ਪੈਸੇਜ ਮਿਲਿਆ ਪੰਜਾਬ ਦੇ ਵਿੱਚ ਉਹਨਾਂ ਨੇ ਆਬਜ਼ਰਵ ਕੀਤਾ ਵੀ ਉਹਨੀ ਇਹ ਸਟਰੋਂਗ ਐਡਮਿਨਿਸਟ੍ਰੇਸ਼ਨ ਹੁਣ ਨਹੀਂ ਰਿਹਾ ਡਿਊ ਟੂ ਬਰੀਫ ਦੱਸੋ ਸਪੈਸਿਫਿਕ ਦੱਸੋ ਸਰ ਵੀਕ ਸਕਸੈਸਰਸ ਤੇ ਉਹਨਾਂ ਦੇ ਵਿੱਚ ਇੰਟਰਨਲ ਕੰਫਲਿਕਟਸ ਫॉर द ਥਰੋਨ ਤੇ ਦੂਜਾ ਸਰ ਮਿਲੀਟਰੀਲੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇੰਨੇ ਐਡਵਾਂਸਡ ਜਾਂ ਯੂਨਿਟੀ ਆਫ ਕਮਾਂਡ ਨਹੀਂ ਸੀਗੀ ਫੋਰਸਸ ਦੇ ਵਿੱਚ। Britishers on the other end were well organized, better organized. ਤੇ ਪੰਜਾਬ ਦੀ ਕੀ ਕੰਟਰੀਬਿਊਸ਼ਨ ਹੈ ਫ੍ਰੀडम ਸਟਰਗਲ ਵਿੱਚ? ਜਸਟ ਬਰੀਫਲੀ ਦੱਸੋ। ਸਰ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੀਡਰਸ ਜਿਵੇਂ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ। ਤੇ ਪੰਜਾਬ 'ਚ ਜ਼ਿਆਦਾ ਰੈਵੋਲੂਸ਼ਨਰੀ ਕਿਉਂ ਰਹੇ? ਯੈਸ ਸਰ ਬੇਸਿਕਲੀ ਇੱਕ ਤਾਂ ਪੰਜਾਬ ਦੀ ਹਿਸਟੋਰੀਕਲੀ ਇਹ ਰਿਹਾ ਵੀ ਇਹ ਇਨਵੇਜਨਸ ਦਾ ਸ਼ਿਕਾਰ ਰਿਹਾ ਹੈ ਜਿਵੇਂ ਆਪਾਂ ਅਲੈਗਜ਼ੈਂਡਰ ਤੋਂ ਸ਼ੁਰੂ ਕਰਕੇ ਮਤਲਬ ਇੱਧਰੋਂ ਹੀ ਕਾਬੁਲ ਦੇ ਪਾਸੋਂ ਹੀ ਹਮੇਸ਼ਾ ਇਨਵੇਜਨ ਹੁੰਦੀਆਂ ਰਹੀਆਂ ਤੇ ਪੰਜਾਬ ਇੱਕ ਪਹਿਲਾ ਫਰੰਟੀਅਰ ਦੇ ਤਰ੍ਹਾਂ ਸੀਗਾ ਵੀ ਜੋ ਉਹਨਾਂ ਨੂੰ ਰੈਜ਼ਿਸਟ ਕਰਦਾ ਸੀ ਤੇ ਉਹ ਥੋੜਾ ਹੈਰੀਡਿਟਰੀ ਵੀ ਸੀਗਾ ਉਹਨਾਂ ਦੇ ਵਿੱਚ ਥੋੜਾ ਜਿਹਾ ਪੈਸ਼ਨ ਟਾਈਪ ਰੈਜ਼ਿਸਟੈਂਸ ਟਾਈਪ ਤੇ ਦੂਜਾ ਸਰ ਬੇਸਿਕਲੀ ਜੋ ਆਪਣਾ ਕਲਚਰ ਹੈ ਵੀ ਜਿਵੇਂ ਦੂਜਿਆਂ ਦੀ ਹੈਲਪ ਕਰਨੀ ਹੈ ਜਾਂ ਮਤਲਬ ਇੱਕ ਥੋੜਾ ਜਿਹਾ ਮਤਲਬ ਉਹ ਪੰਜਾਬੀ ਪ੍ਰਾਈਡ ਟਾਈਪ ਹੈ ਤੇ ਉਹ ਥੋੜਾ ਜਿਹਾ ਜੇ ਮਤਲਬ ਉਹਨਾਂ ਨੂੰ ਜਿਵੇਂ ਲੱਗਿਆ ਸੀ ਜਿਵੇਂ ਭਗਤ ਸਿੰਘ ਉਹਨਾਂ ਨੂੰ ਵੀ ਜਿਵੇਂ ਨੈਸ਼ਨਲ ਮੂਵਮੈਂਟ ਥੋੜੀ ਜਿਹੀ ਡਾਊਨ ਫੇਸ 'ਚ ਜਾ ਰਹੀ ਹੈ ਕੁਝ ਮਤਲਬ ਪ੍ਰੈਕਟੀਕਲੀ ਕੁਝ ਗਰਾਊਂਡ ਰਿਐਲਿਟੀ ਚੇਂਜ ਨਹੀਂ ਹੋ ਰਹੀ ਤਾਂ ਉਹਨਾਂ ਨੂੰ ਇਹ ਥੋੜੇ ਜਿਹੇ ਹਾਰਡ ਸਟੈਪਸ ਵੀ ਲੈਣੇ ਪਏ ਤਾਂ ਕਰਕੇ। Which is your favorite historical personality? Sir, Ashoka the Great. Ashoka the Great. Yes. Why? Sir, क्योंकि ਮੈਨੂੰ ਨਹੀਂ ਲੱਗਦਾ ਹੈ ਜਾਂ ਕੋਈ ਦੂਜਾ ਕਿੰਗ ਹੋਇਆ ਜਿਹਨੇ ਟੈਰੀਟਰੀ ਆਕੂਪਾਈ ਕਰਨ ਦੀ ਬਜਾਏ ਹਾਰਟਸ ਆਕੂਪਾਈ ਕਰਨ ਨਾਲ ਐਡਾ ਵੱਡਾ ਐਮਪਾਇਰ ਆਪਣਾ ਐਕਸਪੈਂਡ ਕੀਤਾ। ਬੇਸ਼ੱਕ ਉਹਨੇ ਸ਼ੁਰੂ 'ਚ ਬਹੁਤ ਸਾਰੀਆਂ ਫਾਈਟਸ ਤੁਹਾਨੂੰ ਮਹਾਤਮਾ ਗਾਂਧੀ ਨੇ ਉਹਨਾਂ ਤੋਂ ਬੈਟਰ ਲੱਗਦੇ ਉਹਨਾਂ ਨੇ ਨੌਨ ਵਾਇਲੈਂਸ ਤੋਂ ਰਾਜੀ ਦੀ ਲਾਤੀ ਸਰ ਮਤਲਬ ਨੌਨ ਵਾਇਲੈਂਸ ਮਹਾਤਮਾ ਗਾਂਧੀ ਸ਼ੁਕਰ ਦਾ ਵਾਇਲੈਂਸ ਬਹੁਤ
ਸਰ ਮਤਲਬ ਮਹਾਤਮਾ ਗਾਂਧੀ ਵੀ ਜਿਵੇਂ ਬੁੱਧਿਸਟ ਪ੍ਰਿੰਸੀਪਲਸ ਨੂੰ ਬਹੁਤ ਫੋਲੋ ਕਰਦੇ ਸੀ, ਨਾਨ ਵਾਇਲੈਂਸ ਵਗੈਰਾ ਨੂੰ, ਉਵੇਂ ਅਸ਼ੋਕਾ ਨੇ ਵੀ ਫੋਲੋ ਕੀਤਾ। ਪਰ ਜੇ ਆਪਾਂ ਮਤਲਬ ਕੀਤਾ ਉਹਨੇ ਪਹਿਲਾਂ ਤਾਂ ਬਹੁਤ ਬੰਦੇ ਮਾਰੇ ਨੇ। ਯੈਸ ਸਰ। ਸਰ ਮਤਲਬ ਜੇ ਉਹਨਾਂ ਦੇ ਟਾਈਮ ਐਰਰਸ ਨੂੰ ਕੰਪੇਅਰ ਕਰੀਏ ਤਾਂ ਮਹਾਤਮਾ ਗਾਂਧੀ ਦੇ ਟਾਈਮ 'ਚ ਜਿਵੇਂ ਪਬਲਿਕ ਥੋੜੀ ਜਿਹੀ ਅਵੇਅਰ ਵੀ ਹੋਣ ਲੱਗ ਗਈ ਸੀਗੀ, ਜਿਵੇਂ ਸੋਸ਼ਲ ਰਿਫਾਰਮਰਸ ਦੇ ਬਾਅਦ ਵੀ। ਤੇ ਮਤਲਬ ਜੇ ਆਪਾਂ ਉਹਦੇ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ ਵੀ ਗੱਲ ਕਰੀਏ ਤਾਂ ਉਹਨੇ ਮੀਨਸ ਵੀ ਸ਼ੁਰੂ ਹੋ ਗਏ ਸੀਗੇ, ਜਿਵੇਂ ਰੇਲਵੇ ਸਟਾਰਟ ਹੋ ਗਈਆਂ ਸੀ, ਪ੍ਰੈਸ ਸਟਾਰਟ ਹੋ ਗਈ ਸੀ, ਤੇ ਮਹਾਤਮਾ ਗਾਂਧੀ ਦੇ ਆਈਡੀਆਜ਼ ਨੂੰ ਸਪਰੈਡ ਕਰਨ ਨੂੰ ਵੀ ਥੋੜੀ ਜਿਹੀ ਹੈਲਪ ਮਿਲੀ ਸੀ। ਪਰ ਜੇ ਆਪਾਂ ਅਸ਼ੋਕਾ ਦੇ ਟਾਈਮ ਦੇ ਐਰਾ ਦੇ ਨਾਲ ਕੰਪੇਅਰ ਕਰੀਏ ਤਾਂ ਉਦੋਂ ਇਹਨੇ ਮੀਨਸ ਵੀ ਅੱਛਾ, ਅਸ਼ੋਕਾ ਵਾਲੀ ਜਿਹੜੀ ਹਿਸਟਰੀ ਹੈ ਉਹਦੇ ਸੋਰਸਿਸ ਕੀ ਹੈ ਇਨਫੋਰਮੇਸ਼ਨ? ਸਰ ਇੱਕ ਤਾਂ ਕੋਟੀਲੀਆਸ ਅਰਥ ਸ਼ਾਸਤਰਾ, ਇੱਕ ਜਿਹੜਾ ਗ੍ਰੀਕ ਐਂਬੈਸਡਰ ਸੀਗਾ ਮੈਗੈਸਥਨੀਜ਼ ਉਹਦੀ ਇੰਡੀਕਾ, ਤੇ ਇੱਕ ਸਰ ਮੋਸਟ ਇੰਪੋਰਟੈਂਟ ਉਹਦੀ ਜਿਹੜੀ ਇਨਸਕ੍ਰਿਪਸ਼ਨਸ ਹੈ ਹਰ ਜਗ੍ਹਾ ਤੇ। ਤੇ ਹਿਸਟਰੀ ਕੰਪਲੀਟ ਆਪਾਂ ਨੂੰ ਨੌਲੇਜ ਹੈ ਉਸ ਪੀਰੀਅਡ ਦੀ, ਅਸ਼ੋਕਾ ਪੀਰੀਅਡ ਦੀ? ਆਰ ਵੀ ਕਨਵਿੰਸਡ, ਆਰ ਵੀ 100% ਸ਼ੋਰ whatever history is being made is correct? Sir, in my personal opinion, history is always written by the victorious people. So we cannot say that the person was actually that much great that the history is boasting him about. But ਜੇ ਆਪਾਂ ਇਹ ਵੀ ਕਹੀਏ ਵੀ ਜੋ ਮਤਲਬ ਐਵੀਡੈਂਸਿਸ ਹੈਗੇ ਉਸ ਹਿਸਾਬ ਨਾਲ ਜੇ ਆਪਾਂ ਸਿਰਫ ਚੱਲੀਏ, ਕਿਉਂਕਿ ਹਿਸਟਰੀ ਸਿਰਫ ਉਸ ਹਿਸਾਬ ਨਾਲ ਹੀ ਚੱਲਦੀ ਹੈ। ਪਰ ਓਵਰਆਲ ਵੀ ਸਰ ਇਹ ਵੀ ਇੱਕ ਕ੍ਰਿਟਿਸਿਜ਼ਮ ਕੀਤਾ ਜਾਂਦਾ ਵੀ ਜੋ ਐਕਚੁਅਲੀ ਕੌਟਿਲਿਆ ਸੀਗਾ ਉਹ ਐਕਚੁਅਲੀ ਉਹਨਾਂ ਦਾ ਕੰਟੈਂਪਰਰੀ ਹੈ ਹੀ ਨਹੀਂ ਸੀਗਾ, ਤੇ ਕੌਟਿਲਿਆ ਤੇ ਚਾਣਕਿਆ ਦੋਨੋਂ ਵਰ ਡਿਫਰੈਂਟ ਪਰਸਨਸ। तो सर कंट्रोवर्सीज तो हैगी, लिमिटेशंस भी हैगी, पर जो अपने को मीन्स है या आर्कोलॉजिकल एविडेंसेस है उस हिसाब नाल का वी हैव अ लॉट ऑफ इंफॉर्मेशन अबाउट। थैंक यू वेरी मच। थैंक यू सर। थोड़ा इंटरव्यू करते हैं सर 8 जून। देखो ऐसा है, मेरी गल सुन के आना, बहुत ध्यान ਨਾਲ सुननी गल। देखो नंबर 1 ਤਾਂ ਗੱਲ ਇਹ ਹੈ ਕਿ ਉਹਨਾਂ ਨੂੰ ਨਹੀਂ ਪਤਾ ਤੁਸੀਂ ਕੰਮ ਕੀ ਕਰ ਰਹੇ ਹੋ ਇਸ ਵਕਤ। ਹਾਂਜੀ। They may ask you, ठीक है अच्छा introduce yourself, कि आप उस वजह से 2014 के बाद की कर रहे हो। यस You have to be very careful in answering that question. ठीक है सर। यस ठीक है ना, वेरी केयरफुल। पहले बंद लो कि असिस्टेंट कमांडेंट ਤੁਸੀਂ नहीं सिलेक्शन नहीं करोगे। ठीक है सर। नेवर मेंशन दिस थिंग, ठीक है सर। क्योंकि मैं 2014 के बाद आई से तैयारी शुरू, सिविल सर्विस तैयारी शुरू की। यस तो मेरी सिलेक्शन 2019 ਚ कोऑपरेटिव इंस्पेक्टर से हो गई। ठीक है सर। तो उस समय मैं एसएससी पेपर भी दिखा, यस तो मेरी सिलेक्शन एसएससी सीजीएल बतौर इंस्पेक्टर होगी, तो मैंने इनकम टैक्स डिपार्टमेंट मिल जाएगा। ये यस सर। कि मैं इस करके यही कोऑपरेटिव सोसाइटीज रिजाइन कर चुका हूँ ना ऑलरेडी। हाँ जी हाँ, सर। 2020 करता। हाँ जी सर। हाँ कि सर ये फिर मैं नौकरी छड़ के दूसरी नौकरी ज्वाइन करा। यस सर। तो वो पूछेंगे कोऑपरेटिव तो ਤੁਸੀਂ ਇਨਕਮ ਟੈਕਸ ਕਿਉਂ ਆਉਣਾ ਚਾਹੁੰਦੇ ਹੋ, ਪੰਜਾਬ 'ਚ ਬੈਠੇ ਹੋ, यस ਇਨਕਮ ਇੰਸਪੈਕਟਰ ਤੁਹਾਨੂੰ ਕਿਤੇ ਵੀ ਲਾ ਦੇਣ, यस ਤਾਂ ਕੀ ਜਵਾਬ ਦੂੰਗੇ? सर वो तो कोई इशू नहीं है, मतलब ऑल इंडिया कितने भी होगा। ਨਹੀਂ ਕਿਉਂ ਆਪਣੀ ਸਟੇਟ ਛੱਡ ਕੇ ਤੁਸੀਂ ਇੱਥੇ ਵੀ ਇੰਸਪੈਕਟਰ ਹੋ, ਉੱਥੇ ਵੀ वो ਇੰਸਪੈਕਟਰ डिपार्टमेंट बेटर है सर। ਬੈਟਰ ਕੀ ਹੁੰਦਾ? ਇੱਥੇ ਤੁਸੀਂ ਸੋਸ਼ਲ ਸਰਵਿਸ ਕਰ, ਇੱਕ ਤਰਫ ਤੁਸੀਂ ਕਹਿ ਰਹੇ ਹੋ ਮੈਂ ਸੋਸ਼ਲ ਸਰਵਿਸ ਕਰਾਂਗਾ, ਇਨਕਮ ਟੈਕਸ ਡਿਪਾਰਟਮੈਂਟ ਕਿਹੜਾ ਸੋਸ਼ਲ ਸਰਵਿਸ ਕਰ ਲੈਂਦੇ ਤੁਸੀਂ? ਇੱਥੇ ਕੋਆਪਰੇਟਿਵ ਸੋਸ਼ਲ ਸਰਵਿਸ ਕੋ 100% ਸੋਸ਼ਲ ਸਰਵਿਸ ਹੈ। सर एक मतलब करियर प्रोस्पेक्ट्स दे जे एंगल तो ਦੇਖੋ ਤੁਹਾਡੇ ਆਨਸਰ 'ਚ ਕੰਟਰਡਿਕਸ਼ਨ ਹੈ। ठीक है सर। ਦੱਸ ਮੈਂ ਜੇ ਉੱਥੇ ਇਹਨਾਂ ਨੂੰ ਫੜ ਲਿਆ ਤਾਂ ਖਾ ਲੈਣਗੇ ਉਹ। सर फिर की आंसर होना चाहिए था मेरे ਤੁਸੀਂ पास। ਕਹੋਗੇ ਠੀਕ ਹੈ ਜੀ ਉਹ ਸੈਂਟਰਲ ਗਵਰਨमेंट ਦੀ ਜੌਬ ਹੈ ਤੇ ਉਸ 'ਚ ਕਰੀਅਰ ਪ੍ਰੋਸਪੈਕਟਸ ਜਿਹੜੇ ਹੈ ਬੈਟਰ ਹੈ। हाँ ਉੱਥੇ 8 ਸਾਲ ਬਾਅਦ ਮੈਂ ਆਈਟੀਓ ਲੱਗ ਜੂੰਗਾ ਤੇ ਮੈਂ ਫਿਰ ਅੱਗੇ ACIT ਜਾਂ ਮੇਰੀ ਏਜ ठीक है तो मैं लग सकता। मैं यही कहना चाह रहा था। कोऑपरेटिव इंस्पेक्टर की है सब जॉब ठीक है पंजाब से, लेकिन इतने करियर प्रोस्पेक्ट नहीं सी हाँ प्रमोशन लगने। हाँ हाँ जी मैंने 15-20 साल लग जाने इवन असिस्टेंट प्रोफेसर हाँ वाला। जी हाँ जी ठीक है ना, तो इस करके सर मैं थोड़ी सी अपने फैमिली का कंसल्ट किया तो उन्होंने मैंने और सोचा कि उसको ठीक है सर। वाई सिविल सर्विसेज का आंसर थोड़ा बहुत ही कंट्रोवर्शियल है, ये नहीं देना किसी ने सजेस्ट किया है। सर आप ही सोचे सी। ना 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 ये तो तुझे बिल्कुल ही गलत आंसर कर लिया था।
ਸੁਸਾਈਡਲ ਹੈ। ਅੱਛਾ ਜੀ ਸਰ ਇਹ ਇਹਦਾ ਗਲਤ ਹੈ ਨਾ, ਕਿਉਂਕਿ ਹੁਣ ਤੱਕ ਉਹ ਕਹਿੰਦੇ ਕੀ ਸੋਸ਼ਲ ਸਰਵਿਸ ਕੀਤੀ, ਕਿਆ ਸੋਸ਼ਲ ਸਰਵਿਸ ਕੀਤੀ, ਹੁਣ ਬੈਠਾ ਦੁਗਤ ਹੈ। ਤੇ ਉਹ ਸਿੱਧਾ ਕਹਿੰਦੇ ਆ ਕਿ ਸਿਵਲ ਸਰਵਿਸ ਸੋਸ਼ਲ ਸਰਵਿਸ ਵਾਸਤੇ ਨਹੀਂ ਹੈ, ਇਟ ਇਜ਼ ਫॉर द ਇੰਪਲੀਮੈਂਟੇਸ਼ਨ ਆਫ ਗਵਰਨਮੈਂਟ ਪਾਲਿਸੀ। ਤੁਸੀਂ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ, ਜੇ ਲੋਕਾਂ ਨੂੰ ਖੁਸ਼ ਕਰਨਾ ਤਾਂ ਪੋਲਿਟਿਕਸ ਆਓ। ਉਹ ਸਿੱਧਾ ਕਹਿੰਦੇ ਕਿ ਪੋਲਿਟਿਕਸ ਕਿਉਂ ਨਹੀਂ ਆਉਂਦਾ ਫਿਰ, ਇਸ ਲਈ ਬੋਲ ਰਹੇ ਹੋ ਕਿ ਪੋਲਿਟਿਕਸ ਕਿਉਂ ਨਹੀਂ ਆਉਂਦਾ ਫਿਰ ਤੋਂ ਠੀਕ ਹੈ ਸਰ ਕੀ ਜਵਾਬ ਦੋਗੇ, ਚੁੱਪ ਯਾਰ ਸਾਰੀ ਸੋਸ਼ਲ ਸਰਵਿਸ ਪੋਲਿਟਿਕਸ ਹੁੰਦੀ ਹੈ ਸਾਰੀ। ਹਾਂਜੀ ਹਾਂਜੀ ਤੇ ਤੁਸੀਂ ਉਸ 'ਚ ਆਓ ਨਾ, ਫਿਰ ਇਹ ਬਿਊਰੋਕ੍ਰੇਸੀ ਤਾਂ ਤੁਹਾਡਾ, ਤੁਸੀਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬੈਠੇ ਹੋ। ਸਰ ਫਿਰ ਇਹਦਾ ਆਨਸਰ ਕੀ ਹੋਣਾ ਚਾਹੀਦਾ ਵਾਈ ਸਿਵਲ ਸਰਵਿਸ तो दस कहो ना कि वाइडर अपॉर्चुनिटीज है मेरा, आई विल गेट अ चांस टू बी अ पार्ट ऑफ डेवलपमेंटल प्रोसेस, तो मेरी सेल्फ एस्टीम रेज होगी, रेकग्निशन है सोसाइटी, कि आई विल बी एबल टू डू समथिंग फॉर पीपल, ऐसा कह सकते हो। बट ज़्यादा सोशल सर्विस वाला एनजीओ वाला बैंड बजाया था गए नंबर, तो कहीं हूँ तक की किया है। ਉਹ ਮੈਂ ਮੈਂਸ਼ਨ ਕਰਨਾ ਸੀ फिर ਸਰ कोऑपरेटिव वाला सेक्टर क्यों, कोऑपरेटिव तो है ही सोशल सर्विस पिंडा, ਹਾਂਜੀ जिन्हें से हेल्प कोऑपरेटिव एज अ बतौर कोऑपरेटिव इंस्पेक्टर लोगों की कर सकते हो डायरेक्टली, ਹਾਂਜੀ ਸਰ कोई कर नहीं सकते सर्विस। पूरी पीसीएस ਜਿਹੜੀ ਸਰਵਿਸਿਜ਼ ਹੈਗੀਆਂ ਉਹਨਾਂ 'ਚੋਂ ਬੈਸਟ ਜਿਹੜੀ ਹੈ ਫॉर ਦਿਸ ਪਰਪਸ ਇਜ਼ ਕੋਆਪਰੇਟਿਵ। ਹਾਂਜੀ ਤੁਹਾਡੇ ਹੱਥ 'ਚ ਬਹੁਤ ਕੁਝ ਹੈ ਇੰਸਪੈਕਟਰ ਦੇ ਹੱਥ, ਲੋਕਾਂ ਦੀ ਹੈਲਪ ਕਰਨ ਵਾਸਤੇ ਤੁਸੀਂ ਫੈਸਿਲਿਟੇਟ ਕਰ ਸਕਦੇ ਹੋ ਲੋਕਾਂ ਨੂੰ, ਆਰਗੇਨਾਈਜ਼ ਕਰ ਸਕਦੇ ਹੋ ਲੋਕਾਂ ਨੂੰ, ਲੋਕ ਤੁਹਾਡੀ ਗੱਲ ਸੁਣਦੇ ਹੈ ਹਾਂਜੀ ਲੋਕਲ ਲੈਵਲ ਤੇ, ਪਿੰਡ ਲੈਵਲ ਤੇ। ਇਸ ਕਰਕੇ ਇਹ ਨਹੀਂ ਲੌਜਿਕ ਦੇਣਾ, ਕਿਉਂਕਿ ਅੱਗੇ ਥੋੜਾ ਲੌਜਿਕ ਹੈ। ਠੀਕ ਹੈ ਨੈਕਸਟ ਚੀਜ਼ ਥੋੜੇ ਆਨਸਰ ਥੋੜੇ ਫੋਕਸ ਰੱਖਣੇ, ਬਰੀਫ ਰੱਖਣੇ ਹੈ, ਜ਼ਿਆਦਾ ਫੈਲਾਣੇ ਨਹੀਂ ਹੈ। ਠੀਕ ਹੈ ਤੁਸੀਂ ਹਿਸਟਰੀ ਜਿਹੜਾ ਰੱਖਿਆ ਹੋਇਆ ਆਪਣਾ ਏਰੀਆ ਆਫ ਇੰਟਰਸਟ, ਹਾਂਜੀ ਸਰ ਇਹ ਚੰਗੀ ਤਰ੍ਹਾਂ ਤਿਆਰ ਕਰੋ, ਪੁੱਛਣਗੇ ਪੱਕਾ ਕੁਐਸਚਨ। ਠੀਕ ਹੈ ਸਰ ਤੇ ਇਹ ਅਸ਼ੋਕਾ ਵਾਲਾ ਨਹੀਂ ਰੱਖਣਾ, ਸਾਰੀ ਜ਼ਿੰਦਗੀ ਤਾਂ ਲੋਕਾਂ ਨੂੰ ਮਾਰਦਾ ਰਿਹਾ। ਹਾਊ ਕੈਨ ਯੂ ਬੀ ਰੋਲ ਮਾਡਲ ਬੈਸਟ, ਮਤਲਬ ਹਿਸਟਰੀ ਦਾ ਪਤਾ ਹੀ ਹੈ ਨਹੀਂ ਕਿ ਐਕਚੁਅਲੀ ਕਿੱਦਾਂ ਕਿਉਂ ਹੈ, ਨੋਬਡੀ ਨੋਸ। ਤੁਸੀਂ ਇਹ ਕਹੋਗੇ ਕਿ ਸਰ ਦੇਰ ਆਰ ਸੋ ਮੈਨੀ ਪਰਸੈਂਟੇਜ ਇਨ ਹਿਸਟਰੀ ਵਿਚ ਸ਼ੇਪਡ ਇੰਡੀਅਨ ਹਿਸਟਰੀ, ਹਾਂਜੀ ਬਟ ਇਟ ਇਜ਼ ਡਿਫਿਕਲਟ ਫॉर मी टू चूज पर्टिकुलर ਮਤਲਬ ਡਿਪਲੋਮੈਟਿਕ ਆਨਸਰ डिप्लोमेटिक। ਜਿਹੜਾ ਵੀ ਆਂਸਰ ਤੁਸੀਂ ਹਸਾ ਲੋਗੇ, ਜੋ ਕਹੇ ਤੁਸੀਂ ਕਹੋਗੇ ਮਹਾਤਮਾ ਗਾਂਧੀ, ਉਹ ਕਹਿੰਦੇ ਭਗਤ ਸਿੰਘ ਕਿਉਂ ਨਹੀਂ, ਉਹਨੇ ਜਾਨ ਦਿੱਤੀ ਆਪਣੀ, ਹਾਂਜੀ ਹਾਂਜੀ ਉਹ ਪੁੱਠਾ ਬੋਲਣਗੇ। जितना मर्जी कहते हैं कि सर देयर आर सो मेनी पर्सनालिटीज इन इंडियन हिस्ट्री एंड आई थिंक our history is filled with so many heroes that I don't I am ਜੇ just ਸਪੈਸੀਫਿਕਲੀ speechless। ਪਿਨ ਪੁਆਇੰਟ ਕਰਨ ਵੀ ਇੱਕ ਚੂਜ਼ ना कि totally I'm sir speechless ना। ਕਿਉਂਕਿ ਸਰ ਲਾਸਟ ਟਾਈਮ ਮੇਰੇ ਨਾਲ ਐਂ ਹੋਇਆ ਸੀ ਇੱਕ ਆਨਸਰ 'ਚ, ਤੇ ਮਤਲਬ ਉਹਨਾਂ ਨੇ ਕਿਉਂਕਿ ਲਾਸਟ ਟਾਈਮ ਇਲੈਕਸ਼ਨਸ ਤੋਂ ਜਸਟ ਬਾਅਦ ਇੰਟਰਵਿਊ ਸੀਗੀ 2019 'ਚ, ਤੇ ਮਤਲਬ ਉਹਨਾਂ ਨੇ ਪੁੱਛਿਆ ਸੀ ਵੀ ਦੁਬਾਰਾ ਮਤਲਬ ਰੀ ਇਲੈਕਸ਼ਨ ਕਿਉਂ ਹੋਈ ਹੈ ਗਵਰਨਮੈਂਟ ਦੀ, ਤੇ ਚੇਅਰਮੈਨ ਸਾਹਿਬ ਮੈਨੂੰ ਕਹਿੰਦੇ ਡੂ ਯੂ ਲਾਈਕ ਮਿਸਟਰ ਮੋਦੀ, ਤੇ ਮੈਂ ਕਿਹਾ ਸਰ ਵੀ ਆਈ इस ਲਾਈਕ बार भी पूछ रहे हैं कि आप आओगी नहीं आओगी, ये तैयार कर लेने हैं क्वेश्चन ये भी। ਸਰ ਫਿਰ ਮਤਲਬ ਮੈਂ ਉਹਨਾਂ ਨੂੰ ਕਿਹਾ ਵੀ ਆਈ ਲਾਈਕ ਹਿਸ ਪ੍ਰੋਫੈਸ਼ਨਲ ਸਕਿੱਲ ਵੀ ਹੀ ਇਜ਼ मैं ਅ ये ਗੁੱਡ, कहना नहीं ना, ये नहीं कहना। ਫਿਰ ਸਰ ਉਹਦਾ ਆਨਸਰ ਕੀ ਹੋਣਾ ਚਾਹੀਦਾ ਵੀ Sir, as such I don't have any opinion on this matter। वो बहुत प्रेशराइज करेंगे, अच्छा आप आओगी, इस पर भी पूछा है, कल परसों भी कितने बंदे को पूछा, लोग पूछना नहीं चाहिए था ਹਾਂਜੀ ਹਾਂਜੀ, लेकिन पूछ रहे हैं। ਠੀਕ ਹੈ ਸਰ ठीक है ना, एक ਇਹਨਾਂ ਦੇ ਆਨਸਰ ਗੋਲਮਾਲ ਕਰਨੇ ਪੈਂਦੇ हैं। ਜੇ ਤੁਸੀਂ ਆਪਣਾ ਇੱਕ ਸਟੈਂਡ ਰੱਖ ਲਓ ਕਿ ਆਈ ਲਾਈਕ ਦਿਸ ਪੋਲਿਸੀਜ਼, ਤਾਂ ਫਿਰ ਉਹ ਹੋ ਜਾਂਦਾ ਹੈ ਕਿ ਬਾਇਸ ਆ ਗਿਆ ਤੁਹਾਡੇ 'ਚ। ਹਾਂਜੀ। ਯੂ ਬਿਊਰੋਕਰੇਟ ਯੂ ਕੈਨੋਟ ਬੀ ਬਾਇਸ। ਹਾਂਜੀ ਹਾਂਜੀ ਯੈਸ ਸਰ आप ये कह रहे हो सर ओके सर परहैप्स ਜਿਹੜਾ ਹੈਗੇ ਕੋਈ ਵੀ ਵਿਅਕਤੀ ਜੇ ਪ੍ਰਾਈਮ ਮਿਨਿਸਟਰ ਬਣਦਾ ਤਾਂ ਕੈਪੇਬਲ ਤਾਂ ਹੈ ਹੀ, ਹਾਂਜੀ है ना। एंड आई instead of seeing personalities I see the policies, and sometimes policies do produce results and sometimes policies do not produce results, so it's a mixed bag of results for all। बन गया ना आंसर ਹਾਂਜੀ ਹਾਂਜੀ कि जब मनमोहन सिंह जी से पहला उन्होंने भी कुछ पॉलिसी ठीक रही है, कुछ खराब रही है, ना जी मोदी साहब भी हैं ठीक है, ना जी भी कुछ ठीक नहीं है, कुछ खराब नहीं है, ਠੀਕ ਹੈ ਸਰ उन कोई चक्कर नहीं है इस पर। लेकिन स्टैंड जब तो ले लिया कि हाँ गए नंबर, कितने नंबर आए पिछली बार, ਸਰ 90 नंबर ठीक से चलो, बट 10-15-20 नंबर हो ऐड कर सकते, ਹਾਂਜੀ ਸਰ ठीक है। ਹਾਂਜੀ ਸਰ हिस्ट्री ध्यान रखियो कि ये तैयार कर लो, ये रणजीत सिंह, हाँ जी। फ्रीडम स्ट्रगल, भगत सिंह, उधम सिंह, ये वो करियर पर्सनैलिटी सीगे, ਜੀ ਸਰ ये हिस्ट्री से काफ़ी इंटरव्यू जान जे नज़र पैगी उन्होंने जा सकती है, ਜੀ ਸਰ तो हिस्ट्री से पूछ रहे हैं क्वेश्चन जी। जी, थोड़ा हिस्ट्री कुछ कर ले तो आ सकता। ये कोऑपरेटिव के प्रिंसिपल्स याद करो, मोटो याद करो, ਹਾਂਜੀ ਸਰ ठीक है। ज़्यादा बहुत डू आई जान लग जान तो तुम इंडायरेक्टली कह दो कि सर आई वर्क फॉर इन कोऑपरेटिव सोसाइटीज फॉर 3 months ओनली, नहीं नहीं, 1.5 year ਹਾਂਜੀ ਸਰ बहुत चंगी तरह तैयार करना है, प्रिपेयर प्रॉपरली। ਠੀਕ ਹੈ ਸਰ कितनी सोसाइटीज हैं कोऑपरेटिव सोसाइटीज, कितनी पैक्स हैं, ਹਾਂਜੀ कितनी ਹਾਂਜੀ क्या अपना रेट ऑफ इंटरेस्ट है, क्रॉप ਕਰਨਾ लोन ਸੀ ਸਰ क्रॉप हाँ क्रॉप लोन से कितना रेट ऑफ इंटरेस्ट है, कितों आंदा है क्रॉप लोन, कितों पैसा आंदा है, ਜੀ
ਤੇ ਜਿਹੜਾ ਆਪਣਾ ਸਟੇਟ ਕੋਆਪਰੇਟਿਵ ਬੈਂਕ ਹੈ ਤੇ ਐਗਰੀਕਲਚਰ ਰੂਰਲ ਡਿਵੈਲਪਮੈਂਟ ਬੈਂਕ ਹੈ, ਦੋਨੋਂ 'ਚ ਕੀ ਫਰਕ ਹੈ? ਹਾਂਜੀ ਹੈ ਨਾ? ਉਹ ਕਿਹਦੇ ਵਾਸਤੇ ਫਾਈਨਾਂਸ ਕਰਦਾ ਹੈ, ਕਿਹਦੇ ਵਾਸਤੇ ਫਾਈਨਾਂਸ ਕਰਦਾ ਹੈ, ਕੀ ਪ੍ਰੋਬਲਮਸ ਹੈ, ਕੰਪਿਊਟਰਾਈਜੇਸ਼ਨ ਕਿਉਂ ਨਹੀਂ ਹੋਈ, ਹਾਂਜੀ ਜਾਂ ਕੋਆਪਰੇਟਿਵ ਸੁਸਾਇਟੀਜ਼ ਦੀ ਕੀ ਪ੍ਰੋਬਲਮ ਹੈ, ਵਰਲਡ 'ਚ ਫੇਮਸ ਕੋਆਪਰੇਟਿਵ ਸੁਸਾਇਟੀ ਜਿਨ੍ਹਾਂ ਨੇ ਬੜਾ ਚੰਗਾ ਕੰਮ ਕੀਤਾ ਉਹਦਾ ਨਾਮ ਦੱਸੋ। ਹਾਂਜੀ ਇੰਡੀਆ 'ਚ ਕੋਆਪਰੇਟਿਵ ਐਕਟ ਕਦ ਆਇਆ, ਮੈਕਫਰਸਨ ਕਮੇਟੀ, ਮੈਕਫਰਸਨ ਕੌਣ ਸੀ? ਹਾਂਜੀ ਜੇ ਕੋਈ ਇੱਕ ਅੱਧਾ ਬੰਦਾ ਉੱਥੇ ਕੋਆਪਰੇਟਿਵ ਵਾਲਾ ਹੋਊਗਾ ਡੈਫੀਨਿਟਲੀ, ਯੈਸ ਜਿਹਨੇ ਕੋਆਪਰੇਟਿਵ ਚੇਅਰਮੈਨ ਨੇ ਪੋਲੀਟੀਕਲ ਲੱਗੇ ਹੁੰਦੇ ਆ ਜੀ ਸਰ ਤੇ ਉਹ ਪੁੱਛੂਗਾ ਫਿਰ ਕੁਝ ਨਾ ਕੁਝ ਪੁੱਛਣ ਲੱਗ ਜਾਣਾ। ਠੀਕ ਹੈ ਸਰ ਤੇ ਕੋਆਪਰੇਟਿਵ ਵਾਲੇ ਜਿਹੜੇ ਸਾਰੇ ਕੁਐਸਚਨ ਹੈ ਹਾਂਜੀ। ਇਹ ਤਿਆਰ ਕਰ ਲਿਓ ਹਾਂਜੀ ਸਰ ਤੇ ਇਹ ਰਿਕਾਰਡਿੰਗ ਵੀ ਹੋ ਰਹੀ ਹੈ ਠੀਕ ਹੈ ਸਰ ਤੇ ਦਿਸ ਲਿੰਕ ਯੂ ਕੈਨ ਗੈਟ ਫਰਮ ਸੁਭਾਸ਼ ਤੇ ਕੁਐਸਚਨ ਤੁਹਾਨੂੰ ਮਿਲ ਜਾਣਗੇ ਸਾਰੇ। ਠੀਕ ਹੈ ਸਰ ਠੀਕ ਹੈ, ਬਾਕੀ ਚੰਗਾ ਇਸ ਤਰ੍ਹਾਂ ਗੋ ਇਨਟੂ ਐਂਡ ਯੂ ਕੈਨ ਡੂ ਗੁੱਡ। ਤੇ यूपीएससी भी दे रहे हैं, यूपीएससी सिविल सर्विस सर आईएएस अक्टूबर एग्जाम। हाँ नहीं सर इस बार नहीं दूंगा, अच्छा, फिर इसे एक टाइम बार देते हैं पीछे देते हैं यूपीएससी सर। ठीक, good। ऐसे सीआरपीएफ क्यों छटता? सर एक्चुअली मतलब फादर की तबीयत खराब हो गई सी हम्म ते